ਹੈਲੋ एवरीवन ਗਿਲਸ ਮੈਂਟੋਰ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਅਕਾਊਂਟਸ ਦਾ ਲੈਕਚਰ ਅੱਜ ਅਸੀਂ 26 ਦੇਖਣ ਲੱਗੇ ਹਾਂ। ਠੀਕ ਹੈ, ਪਿਛਲੇ ਲੈਕਚਰ 'ਚ ਤੁਹਾਨੂੰ ਮੈਂ ਜਨਰਲ ਦੀ ਇੱਕ ਰਿਵੀਜ਼ਨ ਕਰਾਈ ਸੀ। ਠੀਕ ਹੈ, ਤੇ ਇਸ ਲੈਕਚਰ 'ਚ ਮੈਂ ਤੁਹਾਨੂੰ ਲੈਜਰ ਦੀ ਰਿਵੀਜ਼ਨਸ ਕਰਾਵਾਂਗਾ। ਠੀਕ ਹੈ, ਮੈਂ ਚਾਹੁੰਦਾ ਕਿ ਇੱਕ ਵਾਰੀ ਸਾਰੇ ਟੌਪਿਕ ਦੀ ਰਿਵੀਜ਼ਨਸ ਵੀ ਨਾਲ ਹੋ ਜਾਵੇ ਅਤੇ ਸੰਡੇ ਨੂੰ ਇੱਕ ਟੈਸਟ ਵੀ ਹੋਏਗਾ। ਠੀਕ ਹੈ, ਉਸ 'ਚ ਵੀ ਰਿਵੀਜ਼ਨ ਨਾਲ ਚੱਲੇਗੀ। ਠੀਕ ਹੈ ਨਾ, ਕਿਉਂਕਿ ਕਈ ਬੱਚਿਆਂ ਨੂੰ ਪ੍ਰੋਬਲਮ ਹੋ ਸਕਦੀ ਹੈ, ਜਿਹੜੇ ਨੋਨ ਕਾਮਰਸ ਸਟੂਡੈਂਟ ਹੈ ਉਹਨਾਂ ਨੂੰ ਪ੍ਰੋਬਲਮ ਹੋ ਸਕਦੀ ਹੈ ਕਿ ਉਹਨਾਂ ਨੂੰ ਸਮਝਣ ਵਿੱਚ ਪ੍ਰੋਬਲਮ ਆਵੇ। ਠੀਕ ਹੈ, ਤਾਂ ਉਹਨਾਂ ਲਈ ਮੈਂ ਰਿਵੀਜ਼ਨ ਕਰਾਉਣੀ ਜ਼ਰੂਰੀ ਹੈ, ਤਾਂ ਜਿਹੜੇ ਕਾਮਰਸ ਸਟੂਡੈਂਟ ਆ ਤਾਂ ਉਹ ਵੀ ਨਾਲ ਹੀ ਚੱਲਣ, ਕਿਉਂਕਿ ਮੈਂ ਅਗਲੇ ਟੌਪਿਕ ਵੀ ਕਰਾਉਣੇ ਨੇ। ਬਟ ਮੈਂ ਚਾਹੁੰਦਾ ਕਿ ਜਿਹੜੇ ਇੰਪੋਰਟੈਂਟ ਟੌਪਿਕ ਹੈ ਨਾ ਉਹਨਾਂ ਦੀ ਕੋਈ ਰਿਵੀਜ਼ਨ ਹੋ ਜਾਏ, ਕਿਉਂਕਿ ਇਹ ਬੇਸ ਹੈ। ਜਰਨਲ ਹੋ ਗਿਆ, ਲੈਜਰ ਹੋ ਗਿਆ, ਠੀਕ ਹੈ ਨਾ, ਟ੍ਰਾਇਲ ਬੈਲੈਂਸ ਹੋ ਗਿਆ, ਇਹ ਬੇਸ ਹੈ। ਇਹ ਬੇਸ ਪੱਕਾ ਹੋ ਜਾਵੇ ਨਾ, ਪਤਾ ਲੱਗ ਜਾਏ ਕਿ ਅਕਾਊਂਟਿੰਗ ਦੇ ਐਕਚੁਅਲ ਕੀਤਾ ਕੀ ਜਾਂਦਾ, ਤਾਂ ਆਸਾਨੀ ਹੋ ਜਾਏਗੀ। ਜੇ ਕੋਈ ਥਿਓਰੇਟੀਕਲ ਐਸਪੈਕਟ ਵਿੱਚ ਕੋਈ ਕੁਐਸਚਨ ਆਉਂਦਾ ਤਾਂ ਉਹ ਆਸਾਨੀ ਹੋ ਜਾਏਗੀ। ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਸੈਕਸ਼ਨ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentor.test.com ਤੋਂ ਜਾ ਕੇ ਖਰੀਦ ਸਕਦੇ ਹਨ। ਠੀਕ ਹੈ ਫਰੈਂਡਸ, ਪਹਿਲਾ ਕੁਐਸਚਨ ਹੈ ਟ੍ਰਾਂਸਫਰਿੰਗ ਦੀ ਇਨਫੋਰਮੇਸ਼ਨ ਫਰੋਮ ਜਰਨਲ ਟੂ ਲੈਜਰ। ਮੈਂ ਆਪਣੀ ਇਨਫੋਰਮੇਸ਼ਨ ਜਰਨਲ ਟੂ ਲੈਜਰ ਟ੍ਰਾਂਸਫਰ ਕਰ ਰਿਹਾ, ਉਹਨੂੰ ਕੀ ਕਹਾਇਆ ਜਾਏਗਾ ਦੱਸੋ? ਟ੍ਰਾਂਸਫਰਿੰਗ ਕਵਾਂਗੇ, ਪੋਸਟਿੰਗ ਕਰਾਂਗੇ, ਬੈਲੈਂਸਿੰਗ ਕਰਾਂਗੇ ਜਾਂ ਜਰਨਲਾਈਜ਼ਿੰਗ ਕਵਾਂਗੇ? ਕੀ ਕਹਿੰਦੇ ਉਹਨੂੰ? ਜਿਹੜੀ ਮੈਂ ਇਨਫੋਰਮੇਸ਼ਨ ਟ੍ਰਾਂਸਫਰ ਕਰ ਰਿਹਾ, ਜਿਹੜੀ ਜਨਰਲ ਨੋਰਮਲ ਐਂਟਰੀ ਪੈ ਰਹੀ ਹੈ ਡੈਬਿਟ ਅਤੇ ਕ੍ਰੈਡਿਟ ਦੀ, ਉਹਨੂੰ ਮੈਂ ਟ੍ਰਾਂਸਫਰ ਕਰ ਰਿਹਾ ਪਰਟੀਕੂਲਰ ਖਾਤੇ ਵਿੱਚ। ਪਰਟੀਕੂਲਰ ਖਾਤੇ ਵਿੱਚ ਜਿਹੜੀ ਮੈਂ ਟ੍ਰਾਂਸਫਰ ਕਰ ਰਿਹਾ ਉਹ ਇਨਫੋਰਮੇਸ਼ਨ ਨੂੰ ਆਪਾਂ ਕੀ ਕਵਾਂਗੇ? ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਟ੍ਰਾਂਸਫਰਿੰਗ, ਪੋਸਟਿੰਗ, ਬੈਲੈਂਸਿੰਗ, ਜਰਨਲਾਈਜ਼ਿੰਗ? ਦੱਸੋ। ਇਹਦਾ ਆਨਸਰ ਹੋਏਗਾ ਪੋਸਟਿੰਗ। ਠੀਕ ਹੈ, ਇਹਦਾ ਆਨਸਰ ਕੀ ਹੋਏਗਾ? ਪੋਸਟਿੰਗ। ਅਗਲਾ ਕੁਐਸਚਨ ਹੈ ਵਿਚ ਆਫ ਦਾ ਫੋਲੋਇੰਗ ਅਕਾਊਂਟਸ ਇਜ਼ ਐਕਸਪੈਕਟਡ ਟੂ ਹੈਵ ਅ ਡੈਬਿਟ ਬੈਲੈਂਸ। ਕਿਸ ਦਾ ਡੈਬਿਟ ਬੈਲੈਂਸ ਹੋ ਸਕਦਾ ਇਹਨਾਂ 'ਚੋਂ? ਦੱਸੋ ਮੈਨੂੰ। ਐਸੈਟ, ਐਕਸਪੈਂਸ, ਲੋਸ, ਆਲ ਆਫ ਦੀ ਅਬਵ? ਦੱਸੋ ਕਿਸ ਦਾ ਡੈਬਿਟ ਬੈਲੈਂਸ ਹੋ ਸਕਦਾ? ਡੈਬਿਟ ਬੈਲੈਂਸ ਮਤਲਬ ਜੇ ਕੋਈ ਖਾਤਾ ਹੈ, ਇਹ ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਠੀਕ ਹੈ, ਡੈਬਿਟ ਸਾਈਡ ਦਾ ਮਤਲਬ ਜੇ ਇਸ ਸਾਈਡ ਵੱਧਦਾ ਹੈ ਇਸ ਸਾਈਡ ਨਾਲੋਂ ਤਾਂ ਇਸਦਾ ਮਤਲਬ ਉਹ ਡੈਬਿਟ ਸਾਈਡ ਹੈ, ਡੈਬਿਟ ਬੈਲੈਂਸ ਹੈ। ਜੇ ਇਸ ਸਾਈਡ ਵੱਧਦਾ ਹੈ ਇਸ ਸਾਈਡ ਨਾਲੋਂ ਤਾਂ ਉਹ ਹੈਗਾ ਕ੍ਰੈਡਿਟ ਬੈਲੈਂਸ। ਠੀਕ ਹੈ ਫਰੈਂਡਸ, ਤਾਂ ਇਹ ਦੇਖ ਕੇ ਤੁਸੀਂ ਮੈਨੂੰ ਦੱਸੋ ਕਿ ਐਸੈਟ ਦਾ ਡੈਬਿਟ ਬੈਲੈਂਸ ਹੋ ਸਕਦਾ, ਐਕਸਪੈਂਸਿਸ ਦਾ ਹੋ ਸਕਦਾ, ਲੋਸ ਦਾ ਹੋ ਸਕਦਾ ਜਾਂ ਤਿੰਨੋਂ ਦਾ ਹੋ ਸਕਦਾ? ਦੱਸੋ ਕਿਹਦਾ ਹੁੰਦਾ? ਇਹਦਾ ਆਨਸਰ ਆਏਗਾ ਡੀ। ਠੀਕ ਹੈ ਫਰੈਂਡਸ, ਇਹਦਾ ਆਨਸਰ ਕੀ ਆਏਗਾ? ਡੀ। अगला क्वेश्चन है कलैक्शन और ग्रुप ऑफ दी ऑल अकाउंट्स ऑफ अ बिजनेस एंटरप्राइजेस इज नोन हैज़। ਜਿਹੜੀ ਕਲੈਕਸ਼ਨ ਹੈ ਸਾਰੇ ਅਕਾਊਂਟਸ ਦੀ ਆਫ ਦੀ ਬਿਜ਼ਨਸ, ਜਿੰਨੇ ਵੀ ਗਰੁੱਪ ਆਫ ਆਲ ਅਕਾਊਂਟਸ ਹੈ, ਤੁਹਾਨੂੰ ਕੀ ਕਿਹਾ ਜਾਂਦਾ? ਦੱਸੋ। ਜਿੰਨੇ ਵੀ ਕਲੈਕਸ਼ਨ ਹੈ ਜਾਂ ਗਰੁੱਪ ਆਫ ਆਲ ਅਕਾਊਂਟਸ, ਜਿੰਨੇ ਵੀ ਆਲ ਅਕਾਊਂਟਸ ਦਾ ਇੱਕ ਗਰੁੱਪ ਹੈ ਪੂਰਾ ਆਫ ਅ ਬਿਜ਼ਨਸ ਐਂਟਰਪ੍ਰਾਈਜ਼, ਕਿਸੇ ਪਰਟੀਕੂਲਰ ਬਿਜ਼ਨਸ ਦਾ, ਤਾਂ ਉਸ ਨੂੰ ਕੀ ਕਿਹਾ ਜਾਏਗਾ? ਉਹ ਇੱਕ ਬੁੱਕ ਹੁੰਦੀ ਹੈ ਜਿਸ ਵਿੱਚ ਸਾਰੇ ਅਕਾਊਂਟਸ ਹੁੰਦੇ ਨੇ। ਠੀਕ ਹੈ, ਕੈਸ਼ ਅਕਾਊਂਟ, ਰੈਂਟ ਅਕਾਊਂਟ, ਸੇਲ ਅਕਾਊਂਟ, ਠੀਕ ਹੈ, ਅਲੱਗ ਅਲੱਗ ਤਰ੍ਹਾਂ ਦੇ ਅਕਾਊਂਟ ਹੁੰਦੇ ਨੇ। ਉਹ ਬੁੱਕ ਦਾ ਕੀ ਨਾਮ ਹੈ? ਦੱਸੋ। ਲੈਜਰ ਹੈ, ਬੈਲੈਂਸ ਸ਼ੀਟ ਹੈ, ਟ੍ਰਾਇਲ ਬੈਲੈਂਸ ਹੈ, ਜਰਨਲ ਹੈ? ਇਹਦਾ ਆਨਸਰ ਆਏਗਾ ਲੈਜਰ। ਠੀਕ ਹੈ ਫਰੈਂਡਸ, ਕਈ ਵਾਰੀ ਬੰਦਾ ਇੱਕ ਸਟੇਟਮੈਂਟ 'ਚ ਕਈ ਵਾਰੀ ਬੰਦਾ ਕਨਫਿਊਜ਼ ਹੋ ਸਕਦਾ। ਠੀਕ ਹੈ, ਗਰੁੱਪ ਆਫ ਆਲ ਅਕਾਊਂਟ ਦਾ ਮਤਲਬ ਲੈਜਰ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਐਨ ਅਕਾਊਂਟ ਹੈਵਿੰਗ ਆ ਕ੍ਰੈਡਿਟ ਬੈਲੈਂਸ ਇਨ ਜਨਰਲ ਲੈਜਰ ਵਿਲ ਬੀ ਕਲਾਸੀਫਾਈਡ ਐਜ਼। ਕਿਸ ਦਾ ਕ੍ਰੈਡਿਟ ਬੈਲੈਂਸ ਹੋ ਸਕਦਾ? ਦੱਸੋ। ਐਸੈਟ ਅਕਾਊਂਟ ਦਾ, ਐਕਸਪੈਂਸ ਦਾ, ਲਾਇਬਿਲਿਟੀ ਦਾ, ਆਲ ਆਫ ਦੀ ਅਬਵ ਦਾ? ਦੱਸੋ ਕਿਹਦਾ ਕ੍ਰੈਡਿਟ ਬੈਲੈਂਸ ਹੋ ਸਕਦਾ? ਹੁਣ ਕ੍ਰੈਡਿਟ ਬੈਲੈਂਸ ਦਾ ਕੀ ਮਤਲਬ? ਕੋਈ ਖਾਤਾ ਹੈ, ਇਹ ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਇਸ ਸਾਈਡ ਕੋਈ ਜਿਹੜੀ ਅਮਾਊਂਟ ਪਈ ਹੈ ਅਤੇ ਇਸ ਸਾਈਡ ਜਿਹੜੀ ਅਮਾਊਂਟ ਪਈ ਹੈ, ਇਸ ਸਾਈਡ ਨਾਲੋਂ ਵੱਧ ਹੈ। ਠੀਕ ਹੈ, ਤਾਂ ਉਹ ਕਿਹੜਾ ਬੈਲੈਂਸ ਹੋ ਜਾਏਗਾ? ਕ੍ਰੈਡਿਟ ਬੈਲੈਂਸ। ਤਾਂ ਦੱਸੋ ਇਹ 'ਚੋਂ ਕਿਹੜਾ ਆ ਜਾਏਗਾ? ਦੱਸੋ। ਇਹ ਆਏਗਾ ਸੀ। ਲਾਇਬਿਲਿਟੀ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ ਹੈ। ਠੀਕ ਹੈ, ਅਗਲਾ ਕੁਐਸਚਨ ਹੈ ਦ ਪ੍ਰੋਸੈਸ ਆਫ ਫਾਈਂਡਿੰਗ ਆਊਟ ਦੀ ਬੈਲੈਂਸ ਆਫ ਅ ਲੈਜਰ ਅਕਾਊਂਟ। ਜਿਹੜਾ ਆਪਾਂ ਬੈਲੈਂਸ ਫਾਊਂਡਿੰਗ ਕਰਦੇ ਹਾਂ ਉਹਨੂੰ ਕੀ ਕਿਹਾ ਜਾਂਦਾ ਹੈ? ਫਾਈਂਡਿੰਗ ਆਊਟ ਦੀ ਬੈਲੈਂਸ ਆਫ ਦ ਲੈਜਰ ਅਕਾਊਂਟ ਇਜ਼ ਨੋਨ ਹੈਜ਼, ਮਤਲਬ ਕਿ ਦ ਪ੍ਰੋਸੈਸ, ਜਿਹੜਾ ਪ੍ਰੋਸੈਸ ਹੁੰਦਾ ਜਿਸ ਤੋਂ ਸਾਨੂੰ ਬੈਲੈਂਸ ਪਤਾ ਲੱਗਦਾ ਇੱਕ ਪਰਟੀਕੂਲਰ ਖਾਤੇ ਦਾ, ਤਾਂ ਉਸ ਨੂੰ ਕੀ ਕਿਹਾ ਜਾਏਗਾ? ਪੋਸਟਿੰਗ ਕਿਹਾ ਜਾਏਗਾ, ਕੈਲਕੂਲੇਸ਼ਨ ਕਿਹਾ ਜਾਏਗਾ, ਇਨਵੈਸਟੀਗੇਸ਼ਨ ਕਿਹਾ ਜਾਏਗਾ, ਬੈਲੈਂਸਿੰਗ ਕਿਹਾ ਜਾਏਗਾ? ਦੱਸੋ।
ਇਹਦਾ ਆਨਸਰ ਆਏਗਾ ਬੈਲੈਂਸਿੰਗ। ਮੈਂ ਕੋਈ ਪਾਰਟਿਕੂਲਰ ਖਾਤਾ ਹੈ ਮੇਰਾ ਕੈਸ਼ ਦੀ ਰਿਸਿਪਟਸ ਏਲੀ ਸਾਈਡ ਪੈਂਦੀ ਹੈ ਤੇ ਪੇਮੈਂਟਸ ਏਲੀ ਸਾਈਡ ਪੈਂਦੀ ਹੈ। ਜਦੋਂ ਇਹਦਾ ਮੈਂ ਬੈਲੈਂਸ ਕਰਾਂਗਾ ਹਮੇਸ਼ਾ ਕੈਸ਼ ਦਾ ਬੈਲੈਂਸ ਡੈਬਿਟ ਹੁੰਦਾ, ਕਿਉਂਕਿ ਇਸ ਸਾਈਡ ਜ਼ਿਆਦਾ ਹਮੇਸ਼ਾ ਵੱਧ ਹੋਣਗੀਆਂ ਮੇਰੀ ਪੇਮੈਂਟਸ ਨਾਲੋਂ। ਮੈਂ ਐਗਜ਼ਾਮਪਲ ਲੈ ਕੇ ਚੱਲ ਰਿਹਾ, ਤਾਂ ਮੈਂ ਜਦੋਂ ਇਹ ਚੀਜ਼ ਵੱਧਦਾ ਇਸ ਨਾਲੋਂ, ਤਾਂ ਮੇਰਾ ਕਿਹੜਾ ਬੈਲੈਂਸ ਹੋਇਆ? ਡੈਬਿਟ ਬੈਲੈਂਸ ਹੋਇਆ। ਠੀਕ ਹੈ, ਮੇਰਾ ਕਿਹੜਾ ਬੈਲੈਂਸ ਹੋਇਆ? ਡੈਬਿਟ ਬੈਲੈਂਸ ਹੋਇਆ। ਮਗਰ ਉਰੇ ਜੇ ਮੈਂ ਟੋਟਲ ਕਰਾਂਗਾ ਤਾਂ ਮੈਨੂੰ ਆਪਣਾ ਇਹ ਬੈਲੈਂਸ ਮਿਲਾਉਣ ਲਈ ਇੱਕ ਕੈਰੀ ਡਾਊਨ ਕਰਨਾ ਪਏਗਾ, ਕਿਉਂਕਿ ਜਿੰਨੀ ਅਮਾਊਂਟ ਮੇਰੀ ਟੋਟਲ ਜ਼ਿਆਦਾ ਹੈ ਇਸ ਨਾਲੋਂ ਜ਼ਿਆਦਾ ਹੈ। ਕਿੰਨੀ ਜ਼ਿਆਦਾ? ਉਹ ਉਰੇ ਮੇਰਾ ਬੈਲੈਂਸ ਆ ਜਾਏਗਾ ਕਿ ਕੁਛ ਅਮਾਊਂਟ ਤਾਂ ਉਰੇ ਹੋਣਗੀਆਂ ਹੀ, ਉਸ ਤੋਂ ਇਲਾਵਾ ਜਿੰਨੀ ਘੱਟ ਹੈ ਉਹਨੂੰ ਕਹਿੰਦੇ ਕੈਰੀ ਡਾਊਨ। ਕੈਰੀ ਡਾਊਨ 'ਚ ਇੰਨੀ ਅਮਾਊਂਟ ਆਉਂਦੀ ਹੈ, ਫਿਰ ਟ੍ਰਾਂਸਫਰ ਹੋ ਕੇ ਅੱਗੇ ਦੂਜੇ ਮਹੀਨੇ ਵਿੱਚ ਉਹ ਡੈਬਿਟ ਬੈਲੈਂਸ ਬਣ ਜਾਂਦਾ। ਠੀਕ ਹੈ, ਉਹ ਡੈਬਿਟ ਬੈਲੈਂਸ ਬਣ ਜਾਂਦਾ। ਠੀਕ ਹੈ ਫਰੈਂਡਸ, ਤਾਂ ਉਰੇ ਆਪਾਂ ਕਿਹਨੂੰ ਕਵਾਂਗੇ? ਆਪਾਂ ਬੈਲੈਂਸਿੰਗ ਕਰਨਾ ਕੀ ਕਹਾ ਜਾਂਦਾ ਕਿ ਬੈਲੈਂਸ ਫਾਈਂਡਿੰਗ ਆਊਟ ਦੀ ਬੈਲੈਂਸ ਆਫ ਦੀ ਲੈਜਰ ਅਕਾਊਂਟ। ਠੀਕ ਹੈ, ਅਗਲਾ ਕੁਐਸਚਨ ਹੈ ਦ ਲੈਫਟ ਹੈਂਡ ਸਾਈਡ ਆਫ ਦੀ ਲੈਜਰ ਅਕਾਊਂਟ ਕੀ ਕਹਾ ਜਾਂਦਾ? ਇਹ ਤਾਂ ਸਿੰਪਲ ਜਿਹਾ ਕੁਐਸਚਨ ਹੈ, ਤੁਹਾਨੂੰ ਪਤਾ ਹੋਏਗਾ। ਜੇ ਕਈਆਂ ਨੂੰ ਨਹੀਂ ਵੀ ਪਤਾ ਹੋ ਸਕਦਾ, ਮੈਂ ਕਹਿ ਸਕਦਾ ਕਿ ਨੋਨ ਕਾਮਰਸ ਸਟੂਡੈਂਟ ਵਾਲਿਆਂ ਨੂੰ ਨਹੀਂ ਪਤਾ ਹੋ ਸਕਦਾ, ਤਾਂ ਤੁਸੀਂ ਦੱਸੋ ਇਹਨਾਂ ਦਾ ਕੀ ਆਨਸਰ ਹੋ ਸਕਦਾ? ਸੋਚੋ ਥੋੜ੍ਹਾ। ਕ੍ਰੈਡਿਟ ਸਾਈਡ ਕਵਾਂਗੇ, ਡੈਬਿਟ ਸਾਈਡ ਕਵਾਂਗੇ, ਇਨਕਮ ਸਾਈਡ ਕਵਾਂਗੇ, ਪ੍ਰੋਫਿਟ ਸਾਈਡ ਕਵਾਂਗੇ। ਲੈਫਟ ਹੈਂਡ ਸਾਈਡ ਵਾਲੀ ਗੱਲ ਕੀਤੀ ਹੈ, ਦੱਸੋ ਲੈਜਰ ਦੀ, ਤਾਂ ਕੀ ਕਹਾ ਜਾਏਗਾ? ਇਹ ਕਹਾ ਜਾਏਗਾ ਡੈਬਿਟ ਸਾਈਡ। ਠੀਕ ਹੈ, ਇਹ ਦੇਖੋ ਨਾ, ਤਾਂ ਇਹ ਸਾਈਡ ਕੀ ਹੈ? ਡੈਬਿਟ। ਇਸ ਸਾਈਡ ਕੀ ਹੈ? ਕ੍ਰੈਡਿਟ। ਦੋਨੋਂ ਹੱਥਾਂ ਦੇ ਆਪਣੇ ਸਾਹਮਣੇ ਖਾਤਾ ਰੱਖੋ, ਤੁਹਾਨੂੰ ਪਤਾ ਲੱਗੇਗਾ ਜਿਹੜਾ ਲੈਫਟ ਹੈਂਡ ਸਾਈਡ 'ਤੇ ਡੈਬਿਟ ਬੈਲੈਂਸ ਆਏਗਾ ਅਤੇ ਕ੍ਰੈਡਿਟ ਦਾ ਕਿਹੜਾ ਬੈਲੈਂਸ ਆਏਗਾ? ਰਾਈਟ ਹੈਂਡ ਸਾਈਡ 'ਤੇ। ਠੀਕ ਹੈ ਫਰੈਂਡਸ, ਤਾਂ ਉਰੇ ਕਿਹੜਾ ਆਪਸ਼ਨ ਆ ਜਾਏਗਾ? ਬੀ। ਠੀਕ ਹੈ, ਅਗਲਾ ਕੁਐਸਚਨ ਹੈ ਦ ਡਿਫਰੈਂਸ ਬਿਟਵੀਨ ਦੀ ਟੋਟਲ ਆਫ ਡੈਬਿਟ ਸਾਈਡ ਐਂਡ ਦੀ ਟੋਟਲ ਆਫ ਕ੍ਰੈਡਿਟ ਸਾਈਡ। ਜਿਹੜਾ ਡਿਫਰੈਂਸ ਆ ਰਿਹਾ ਜਿਹੜਾ ਟੋਟਲ ਦਾ, ਭਾਵੇਂ ਉਹ ਡੈਬਿਟ ਸਾਈਡ, ਟੋਟਲ ਡੈਬਿਟ ਸਾਈਡ ਐਂਡ ਦੀ ਟੋਟਲ ਆਫ ਕ੍ਰੈਡਿਟ ਸਾਈਡ। ਠੀਕ ਹੈ, ਜੋ ਵੀ ਡਿਫਰੈਂਸ ਆ ਰਿਹਾ ਉਸ ਨੂੰ ਕੀ ਕਹਾ ਜਾਂਦਾ ਲੈਜਰ ਵਿੱਚ? ਉਰੇ ਕੋਈ ਡੈਬਿਟ ਕ੍ਰੈਡਿਟ ਦੀ ਗੱਲ ਨਹੀਂ ਕੀਤੀ, ਉਰੇ ਡੈਬਿਟ ਸਾਈਡ ਦੀ ਗੱਲ ਕੀਤੀ ਹੈ ਤੇ ਕ੍ਰੈਡਿਟ ਸਾਈਡ ਦੀ ਗੱਲ ਕੀਤੀ ਹੈ। ਕੋਈ ਵੀ ਡਿਫਰੈਂਸ ਆ ਰਿਹਾ, ਭਾਵੇਂ ਇਸ ਸਾਈਡ ਦਾ ਵੱਧ ਆ ਰਿਹਾ, ਭਾਵੇਂ ਇਸ ਸਾਈਡ ਦਾ ਵੱਧ ਆ ਰਿਹਾ, ਉਹਨੂੰ ਕਹਿੰਦੇ ਕੀ ਹੈ ਐਕਚੁਅਲ 'ਚ? ਠੀਕ ਹੈ, ਦੱਸੋ। ਡੈਫਿਸਿਟ ਕਹਿੰਦੇ ਆ, ਡੈਬਿਟ ਬੈਲੈਂਸ ਕਹਿੰਦੇ ਆ, ਬੈਲੈਂਸ ਕਹਿੰਦੇ ਆ, ਕ੍ਰੈਡਿਟ ਬੈਲੈਂਸ ਕਹਿੰਦੇ ਆ, ਦੱਸੋ। ਇਸ ਨੂੰ ਕਿਹਾ ਜਾਏਗਾ ਸੀ, ਬੈਲੈਂਸ ਕਿਹਾ ਜਾਏਗਾ। ਠੀਕ ਹੈ ਫਰੈਂਡਸ, ਬੈਲੈਂਸ ਕਿਉਂ ਕਿਹਾ ਜਾਏਗਾ? ਮੈਂ ਤੁਹਾਨੂੰ ਕੋਈ ਖਾਤਾ ਕੱਢ ਕੇ ਦਿਖਾਇਆ, ਇਹ ਖਾਤਾ ਹੈ, ਉਰੇ ਕੁਛ ਅਮਾਊਂਟ ਪੈਂਦੀ ਹੈ, ਉਰੇ ਕੁਛ ਅਮਾਊਂਟ ਪੈਂਦੀ ਹੈ, ਇਸ ਸਾਈਡ ਵੱਧ ਹੁੰਦੀ ਹੈ, ਇਸ ਸਾਈਡ ਸ਼ੇ ਘੱਟ ਹੈ, ਤਾਂ ਉਰੇ ਮੈਂ ਬੈਲੈਂਸ ਕਰਾਂਗਾ, ਇਹ ਬੈਲੈਂਸ ਪਾਵਾਂਗਾ, ਬੈਲੈਂਸਿੰਗ ਫਿਗਰ ਪਾਵਾਂਗਾ। ਉਸ ਨੂੰ ਕਿਹਾ ਜਾ ਰਿਹਾ ਕਿ ਇਸ ਚੋਂ ਜਿੰਨਾ ਵੀ ਡਿਫਰੈਂਸ ਆਇਆ, ਜਿੰਨਾ ਵੀ ਘੱਟ ਹੈ, ਠੀਕ ਹੈ, ਇਹ ਵੱਧ ਹੈ ਇਸ ਸਾਈਡ, ਤਾਂ ਇਹ ਸਾਈਡ ਘੱਟ ਹੈ, ਜਿੰਨਾ ਵੀ ਘੱਟ ਹੈ ਉਹਨੂੰ ਕਹਿੰਦੇ ਬੈਲੈਂਸਿੰਗ ਫਿਗਰ। ਠੀਕ ਹੈ, ਪੂਰੀ ਕੁਐਸਚਨ 'ਚ ਇਹੀ ਪੁੱਛਿਆ ਉਹਨੇ, ਡਿਫਰੈਂਸ ਬਿਟਵੀਨ ਦੀ ਟੋਟਲ ਆਫ ਦੀ ਡੈਬਿਟ ਸਾਈਡ ਤੇ ਟੋਟਲ ਆਫ ਦੀ ਕ੍ਰੈਡਿਟ ਸਾਈਡ। ਠੀਕ ਹੈ ਫਰੈਂਡਸ, ਤਾਂ ਉਰੇ ਕਿਹੜਾ ਆਪਸ਼ਨ ਆ ਜਾਏਗਾ? ਸੀ। ਇਫ ਦਾ ਟੋਟਲ ਆਫ, ਅਗਲਾ ਕੁਐਸਚਨ ਹੈ ਇਫ ਦਾ ਟੋਟਲ ਆਫ ਡੈਬਿਟ ਸਾਈਡ ਐਕਸੀਡਸ ਦੀ ਟੋਟਲ ਆਫ ਦੀ ਕ੍ਰੈਡਿਟ ਸਾਈਡ। ਜੇ ਡੈਬਿਟ ਸਾਈਡ ਵੱਧ ਹੋਵੇ ਕ੍ਰੈਡਿਟ ਸਾਈਡ ਨਾਲੋਂ, ਤਾਂ ਉਹ ਕਿਹੜਾ ਬੈਲੈਂਸ ਹੋਏਗਾ? ਦੱਸੋ। ਮੈਂ ਤੁਹਾਨੂੰ ਉੱਪਰ ਇੱਕ ਵਾਰੀ ਖਾਤਾ ਬਣਾ ਕੇ ਵੀ ਦੱਸਤਾ, ਦੱਸੋ। ਡੈਬਿਟ ਬੈਲੈਂਸ ਹੋਏਗਾ, ਕ੍ਰੈਡਿਟ ਬੈਲੈਂਸ ਹੋਏਗਾ, ਸਰਪਲਸ ਬੈਲੈਂਸ ਹੋਏਗਾ, ਨਾਰਮਲ ਬੈਲੈਂਸ ਹੋਏਗਾ? ਇਹ ਹੋਏਗਾ ਡੈਬਿਟ ਬੈਲੈਂਸ। ਠੀਕ ਹੈ, ਡੈਬਿਟ ਸਾਈਡ ਐਕਸੀਡ ਹੈ ਕ੍ਰੈਡਿਟ ਸਾਈਡ ਨਾਲੋਂ। ਠੀਕ ਹੈ ਨਾ, ਖਾਤਾ ਦੇਖੋ, ਜੇ ਮੇਰਾ ਇਸ ਸਾਈਡ ਵੱਧ ਹੈ ਇਸ ਸਾਈਡ ਨਾਲੋਂ, ਤਾਂ ਮੇਰਾ ਡੈਬਿਟ ਬੈਲੈਂਸ ਹੀ ਹੋਇਆ, ਯਾਨੀ ਕਿ ਇਸ ਸਾਈਡ ਦਾ ਹੀ ਮੇਰਾ ਬੈਲੈਂਸ ਹੋਇਆ, ਯਾਨੀ ਕਿ ਇਹ ਮੇਰਾ ਸਰਪਲਸ ਵਿੱਚ ਹੈ, ਫੇਵਰੇਬਲ ਹੈ। ਠੀਕ ਹੈ ਨਾ, ਤਾਂ ਉਰੇ ਕਿਹੜਾ ਆ ਜਾਏਗਾ? ਡੈਬਿਟ ਬੈਲੈਂਸ। ਇਨ ਅਕਾਊਂਟਿੰਗ ਦਾ ਐਬਰੀਵੇਸ਼ਨ ਡੈਬਿਟ ਮੀਨਸ, ਦੱਸੋ। ਡੈਬਿਟ ਕਿਸ ਲਈ, ਡੀ ਆਰ ਕਿਸ ਲਈ ਯੂਜ਼ ਕੀਤਾ ਜਾਂਦਾ ਹੈ? ਸ਼ੋਰਟ ਫਾਰਮ 'ਚ ਏ ਡੀ ਆਰ ਯੂਜ਼ ਕਰਦੇ ਹਾਂ ਆਪਾਂ, ਤਾਂ ਕਿ ਕਿਸ ਲਈ ਯੂਜ਼ ਕੀਤਾ ਜਾਂਦਾ ਹੈ? ਡੈਟਰ ਲਈ, ਡਿਬੇਟ ਲਈ, ਡਿਫਾਲਟਰ ਲਈ, ਡੈਬਿਟ ਸਾਈਡ ਆਫ ਲੈਜਰ ਅਕਾਊਂਟ, ਦੱਸੋ ਕਿਹੜਾ ਆਪਸ਼ਨ ਠੀਕ ਹੋਏਗਾ ਇਸ 'ਚੋਂ? ਇਹ ਹੋਏਗਾ ਡੀ। ਠੀਕ ਹੈ ਨਾ, ਡੈਬਿਟ ਸਾਈਡ ਆਫ ਲੈਜਰ ਅਕਾਊਂਟ। ਦੋ ਖਾਤੇ ਦੇ ਦੋਨੋਂ ਸਾਈਡ ਇੱਕ ਡੀ ਆਰ ਲਿਖਿਆ ਹੁੰਦਾ, ਇਹ ਸਾਈਡ ਇੱਕ ਸਾਈਡ ਕ੍ਰੈਡਿਟ ਲਿਖਿਆ ਹੁੰਦਾ। ਠੀਕ ਹੈ, ਹੁਣ ਅੱਗੇ ਆ ਗਿਆ ਇਫ ਐਨ ਅਕਾਊਂਟ ਹੈਜ਼ ਅ ਕ੍ਰੈਡਿਟ ਬੈਲੈਂਸ, ਜਿਹਦਾ ਕ੍ਰੈਡਿਟ ਬੈਲੈਂਸ ਹੋਵੇ। ਠੀਕ ਹੈ, ਤਾਂ ਕੀ ਮੰਨਿਆ ਜਾਂਦਾ? ਜੇ ਕੋਈ ਕ੍ਰੈਡਿਟ ਬੈਲੈਂਸ ਦਾ ਕੀ ਮਤਲਬ ਕੀ ਹੈ ਇਹਦਾ? ਬੋਥ ਡੈਬਿਟ ਐਂਡ ਕ੍ਰੈਡਿਟ ਇਜ਼ ਇਕੁਅਲ, ਤਾਂ ਕ੍ਰੈਡਿਟ ਬੈਲੈਂਸ ਹੋਏਗਾ, ਜਾਂ ਟੋਟਲ ਆਫ ਡੈਬਿਟ ਸਾਈਡ ਐਕਸੀਡਸ ਦੀ ਟੋਟਲ ਆਫ ਕ੍ਰੈਡਿਟ ਸਾਈਡ। ਮੇਰੀ ਡੈਬਿਟ ਸਾਈਡ ਵੱਧ ਹੈ ਕ੍ਰੈਡਿਟ ਸਾਈਡ ਨਾਲੋਂ, ਤਾਂ ਮੇਰਾ ਕ੍ਰੈਡਿਟ ਬੈਲੈਂਸ ਹੋਏਗਾ, ਜਾਂ ਮੇਰਾ ਕ੍ਰੈਡਿਟ ਸਾਈਡ ਵੱਧ ਹੈ ਡੈਬਿਟ ਸਾਈਡ ਨਾਲੋਂ, ਤਾਂ ਮੇਰਾ ਕ੍ਰੈਡਿਟ ਬੈਲੈਂਸ ਹੋਏਗਾ, ਜਾਂ ਨਨ ਆਫ ਦੀ ਅਬਵ। ਦੱਸੋ ਕਿਹੜਾ ਆਪਸ਼ਨ ਠੀਕ ਹੈ ਇਸ 'ਚੋਂ?
ये आ जाएगा सी ऑप्शन। ठीक है फ्रेंड्स, इस चो केड़ा ऑप्शन आ जाएगा? सी। अगला क्वेश्चन है विच ऑफ द फॉलोइंग टाइप्स ऑफ अकाउंट्स नॉर्मली हैव अ क्रेडिट बैलेंस। ਕਹਿੰਦੇ ਇਹਨਾਂ ਚੋਂ ਕੁਝ ਟਾਈਪਸ ਹੈ, ਇਹਨਾਂ ਚੋਂ ਕੋਈ ਵੀ ਟਾਈਪਸ ਆਫ ਅਕਾਊਂਟਸ ਹੈ ਜਿਨ੍ਹਾਂ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ, ਜਿਨ੍ਹਾਂ ਦਾ ਹਮੇਸ਼ਾ ਕਿਹੜੇ ਪਾਸੇ ਬੈਲੈਂਸ ਹੁੰਦਾ? ਇਸ ਸਾਈਡ ਦਾ ਹੀ ਬੈਲੈਂਸ ਹੁੰਦਾ ਹਮੇਸ਼ਾ। ਦੱਸੋ ਕਿਹੜਾ ਕਿਹੜਾ ਹੋ ਸਕਦਾ ਹੈ? ਐਸੈਟ ਦਾ, ਲਾਇਬਿਲਿਟੀ ਦਾ, ਕੈਪੀਟਲ ਦਾ। ਦੱਸੋ, ਜਾਂ ਰੈਵਨਿਊ ਦਾ, ਲਾਇਬਿਲਿਟੀ ਦਾ, ਕੈਪੀਟਲ ਦਾ। ਸੀ ਆਪਸ਼ਨ ਰੈਵਨਿਊ ਦਾ, ਲਾਇਬਿਲਿਟੀ ਦਾ, ਐਕਸਪੈਂਸਿਸ ਦਾ। ਰੈਵਨਿਊ ਦਾ, ਲਾਇਬਿਲਿਟੀ ਦਾ, ਲੋਸਿਸ ਦਾ। ਦੱਸੋ ਕਿਹੜਾ ਆਪਸ਼ਨ ਹੋ ਸਕਦਾ? ਇਹਦਾ ਆਨਸਰ ਆ ਜਾਏਗਾ ਬੀ। ਤਾਂ ਰੈਵਨਿਊ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ, ਇੱਕ ਲਾਇਬਿਲਿਟੀ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ, ਇੱਕ ਕੈਪੀਟਲ ਦਾ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਹੈ ਇਫ ਦਾ ਟੋਟਲ ਸਾਈਡ ਆਫ ਡੈਬਿਟ ਸਾਈਡ, ਇਫ ਟੋਟਲ ਆਫ ਡੈਬਿਟ ਸਾਈਡ ਇਜ਼ ਇਕੁਅਲ ਟੂ ਦਾ ਟੋਟਲ ਆਫ ਕ੍ਰੈਡਿਟ ਸਾਈਡ। ਜੇ ਮੇਰੀ ਡੈਬਿਟ ਸਾਈਡ ਇਜ਼ ਇਕੁਅਲ ਹੈ टोटल ऑफ क्रेडिट साइड ऑफ द लेजर अकाउंट, द अकाउंट की द खाता की कहेगा? जे मेरे दोनों ही अकाउंट जिन्नी अमाउंट मैं डेबिट च पा रहा, जिन्नियां भी अमाउंट उन्नी ही अमाउंट मेरे क्रेडिट च पै रही हैं, तो इसका की मतलब होएगा? दसो, एक्सपैक्टेड बैलेंस, नॉर्मल बैलेंस, क्रेडिट बैलेंस, जीरो बैलेंस। जे मेरा इक्वल आ रहा है, ठीक है, दसो तो की कहांगे आपां? उस खाते नूं की कहांगे आपां? उस खाते ਨੂੰ ਕਹਾਂਗੇ ਆਪਾਂ ਜ਼ੀਰੋ ਬੈਲੈਂਸ। ਠੀਕ ਹੈ, ਕੋਈ ਬੈਲੈਂਸ ਹੀ ਨਹੀਂ ਬਚਿਆ ਯਾਰ। ਠੀਕ ਹੈ ਨਾ ਡੈਬਿਟ, ਪੂਰੀ ਅਮਾਊਂਟ ਹੀ ਪੂਰੀ ਟੋਟਲ ਸੇਮ ਮਿਲ ਰਹੀ ਹੈ ਦੋਨੋਂ ਪਾਸੇ। ਠੀਕ ਹੈ, ਅਗਲਾ ਕੁਐਸਚਨ ਹੈ ਅ ਲੈਜਰ ਇਜ਼ ਆਲਸੋ ਕੋਲਡ। ਲੈਜਰ ਨੂੰ ਆਪਾਂ ਕੀ ਕਹਿੰਦੇ ਆ? ਸੈਕੰਡਰੀ ਬੁੱਕ ਕਹਿੰਦੇ ਆ, ਪ੍ਰਾਇਮਰੀ ਐਂਟਰੀ ਕਹਿੰਦੇ ਆ, ਫਾਈਨਲ ਐਂਟਰੀ ਕਹਿੰਦੇ ਆ, ਨਨ ਆਫ ਦੀ ਅਬਵ ਕਹਿੰਦੇ ਆ। ਦੱਸੋ एक आ जाएगा लेजर इज ऑल्सो कॉल्ड सेकेंडरी बुक। प्राइमरी बुक केड़ी होगी? जनरल। ठीक है, तो सेकेंडरी केड़ी होगी? लेजर। ठीक है फ्रेंड्स, हूँ जो तुहानूं मैं दस्सां, आ देखो हूँ आपां जनरल कोई एंट्री बना रहे हैं, जनरल की कोई एंट्री बना रहे हैं जिवें कैश अकाउंट डेबिट, ठीक है, टू सेल। इसका कोई मतलब रह जाएगा? इस तरह की कितनी ही एंट्रियां मेरियां इकट्ठी हो जाएगियां। जे इन्हूं मैं समराइज्ड नहीं करांगा, इन्हूं मैं पर्टिकुलर खाते च नहीं दिखावांगा, तो मैनूं आसानी नहीं रहेगी, मैनूं कितनी डिफिकल्टी होएगी। मैं हरेक एंट्री चक के देखांगा। जे सपोज करो मैं उरे एंट्रीस नहीं पाता, तो मैनूं देखना पवे कि यार कैश कितना है, तो मैं हरेक महीने की एंट्रियां कैलकुलेट करदा फिरांगा। ठीक नहीं ना? तो उस लिए आपां एक लैजर अकाउंट बनाने। तो लैजर च की करदे आपां? कैश अकाउंट बनाने। कैश का खाता खोलते हैं, कैश दिखाने कि इन्ना कैश आया तो इन्नी मेरी कैश गया है। ठीक है, ये उरे आप डेट्स पा देने ताकि हरेक डेट में आप देख सकीए कि इन्नी डेट में मेरी ए एंट्री हुई सी, इन्नी डेट में मेरी ए एंट्री हुई सी। ठीक है ना, मैं ये ज़्यादा आसान है ना देखना, ਜਾਂ ਮੈਨੂੰ ਜਨਰਲ ਦਾ ਦੇਖਣਾ ਜ਼ਿਆਦਾ ਆਸਾਨ ਹੈ ਕਿ ਹਰੇਕ ਐਂਟਰੀ ਨੂੰ ਮੈਂ ਦੇਖਦਾ ਫਿਰਾਂ, ਮੈਂ ਹਰੇਕ ਮਹੀਨੇ ਦੀ ਬੁੱਕ ਚੱਕ ਕੇ ਦੇਖਾਂ ਮੈਂ, ਠੀਕ ਹੈ ਨਾ, ਜਾਂ ਮੈਂ ਇੱਕ ਖਾਤਾ ਦੇਖ ਲਾਂ ਪੂਰਾ ਕਿ ਇਸ ਵਿੱਚ ਇਹ ਡੇਟ ਨੂੰ ਇਹ ਐਂਟਰੀ ਸੀ, ਇਹ ਡੇਟ ਨੂੰ ਇਹ ਐਂਟਰੀ ਸੀ, ਇਹ ਡੇਟ ਨੂੰ ਇਹ ਐਂਟਰੀ ਸੀ, ਠੀਕ ਹੈ ਨਾ। ਤਾਂ ਆਪਾਂ ਲੈਜਰ ਕ੍ਰੀਏਟ ਕਰਦੇ ਹਾਂ। ਲੈਜਰ ਦਾ ਮੋਟਿਵ ਵੀ ਇਹੀ ਹੁੰਦਾ ਕਿ ਸਾਨੂੰ ਕੋਈ ਡਿਫਿਕਲਟੀ ਨਾ ਆਵੇ, ਸਾਡਾ ਇੱਕ ਬੈਲੈਂਸ ਆ ਜਾਵੇ, ਇੱਕ ਪਰਟੀਕੂਲਰ ਵਿੱਚ ਸਾਨੂੰ ਇੱਕ ਖਾਤੇ ਦਾ ਪਤਾ ਲੱਗ ਜਾਵੇ ਕਿ ਉਹ ਕਿੰਨਾ ਉਹਦੀ ਪੇਮੈਂਟ, ਕਿੰਨੀ ਉਹਦੀ ਰਿਸਿਪਟ ਹੋਈ ਹੈ, ਕਿੰਨੀ ਉਹਦੀ ਪੇਮੈਂਟ ਹੋਈ ਹੈ, ਠੀਕ ਹੈ ਨਾ। ਉਹ ਦੇਖਣ ਲਈ, ਉਹਦਾ ਬੈਲੈਂਸ ਦੇਖਣ ਲਈ, ਤਾਂ ਕਿ ਅੱਗੇ ਨਾ ਔਖੀ ਹੋਵੇ, ਸਾਡੇ ਜਿਹੜੇ ਫਾਈਨਲ ਅਕਾਊਂਟਸ ਅੱਛੇ ਮੇਨਟੇਨ ਹੋ ਪਾਉਣ। ਆਪਾਂ ਜਨਰਲ ਜਿਹੜਾ ਬਣਾ ਰਹੇ ਹਾਂ, ਲੈਜਰ ਜਿਹੜਾ ਬਣਾ ਰਹੇ ਹਾਂ, ਠੀਕ ਹੈ ਨਾ, ਟ੍ਰਾਇਲ ਬੈਲੈਂਸ ਲਈ ਬਣਾ ਰਹੇ ਹਾਂ, ਠੀਕ ਹੈ ਨਾ। ਜਨਰਲ ਲੈਜਰ ਕਿਹਦੇ ਲਈ ਬਣ ਰਿਹਾ? ਟ੍ਰਾਇਲ ਬੈਲੈਂਸ ਲਈ। ਟ੍ਰਾਇਲ ਬੈਲੈਂਸ ਕਿਹਦੇ ਲਈ ਬਣ ਰਿਹਾ? ਫਾਈਨਲ ਅਕਾਊਂਟਸ ਲਈ। ਫਾਈਨਲ ਅਕਾਊਂਟ ਕਿਉਂ ਬਣਾ ਰਿਹਾ? ਇੱਕ ਸਾਲ ਦਾ ਪ੍ਰੋਫਿਟ ਕੱਢਣ ਲਈ, ਠੀਕ ਹੈ ਨਾ। ਹਰੇਕ ਚੀਜ਼ ਲਿੰਕਡ ਹੈ, ਹਰੇਕ ਚੀਜ਼ ਲਿੰਕਡ ਆਪਾਂ ਕੱਢਣਾ ਹੈ, ਤਾਂ ਇਸ ਲਈ ਆਪਾਂ ਹਰੇਕ ਚੀਜ਼ ਦੀ ਇੰਪੋਰਟੈਂਸ ਹੈ। ਲੈਜਰ ਬਿਨਾਂ ਨਹੀਂ ਤੁਸੀਂ ਟ੍ਰਾਇਲ ਬੈਲੈਂਸ ਬਣਾ ਪਾਵੋਗੇ, ਟ੍ਰਾਇਲ ਬੈਲੈਂਸ ਬਿਨਾਂ ਤੁਸੀਂ ਫਾਈਨਲ ਅਕਾਊਂਟਸ ਨਹੀਂ ਬਣਾ ਪਾਵੋਗੇ, ਠੀਕ ਹੈ ਨਾ। ਤਾਂ ਲੈਜਰ ਬਣਾਉਣਾ ਇੱਕ ਤਰ੍ਹਾਂ ਨਾਲ ਸਮਰਾਈਜ਼ਡ ਕਰਨਾ ਕਿ ਪਰਟੀਕੂਲਰ ਖਾਤੇ ਵਿੱਚ ਮੇਰੀਆਂ ਇਹ ਐਂਟਰੀਆਂ ਹੋਈਆਂ ਇੱਕ ਮਹੀਨੇ ਵਿੱਚ ਜਾਂ 6 ਮਹੀਨਿਆਂ ਵਿੱਚ, ਇੱਕ ਸਾਲ ਵਿੱਚ, ਠੀਕ ਹੈ। ਦੇਖਣਾ ਉਸ ਚੀਜ਼ ਨੂੰ, ਠੀਕ ਹੈ ਨਾ, ਸਾਨੂੰ ਡਿਫਿਕਲਟੀ ਨਾ ਹੋਵੇ, ਈਜ਼ ਰਵੇ, ਠੀਕ ਹੈ ਨਾ। ਉਹਦਾ ਬੈਲੈਂਸ ਦੇਖਣਾ, ਇਹ ਇੱਕ ਮੈਥਡ ਹੈ। ਇਸੇ ਤਰ੍ਹਾਂ ਹੀ ਕਾਊਂਟਿੰਗ ਚੱਲਦੀ ਹੈ ਹਮੇਸ਼ਾ। ਆਪਾਂ ਹਰੇਕ ਪਰਟੀਕੂਲਰ ਖਾਤਾ ਬਣਾਉਂਦੇ ਹਾਂ। ਕੋਈ ਦੁਕਾਨਦਾਰ ਹੈ, ਕੋਈ ਉਸ ਤੋਂ ਉਧਾਰ 'ਤੇ ਲੈ ਗਿਆ ਕੋਈ ਚੀਜ਼, ਉਹ ਉਹਦਾ ਇੱਕ ਖਾਤਾ ਬਣਾਏਗਾ। ਭਾਵੇਂ ਜੇ ਕੋਈ ਹੋਲਸੇਲਰ ਹੈ, ਹੋਲਸੇਲਰ ਤੋਂ ਕਿਸੇ ਤੋਂ ਉਧਾਰ ਤੋਂ, ਹਾਊਸ ਨੇ ਉਧਾਰ 'ਤੇ ਮਾਲ ਵੇਚਿਆ, ਉਹ ਇੱਕ ਉਹਦਾ ਖਾਤਾ ਬਣਾਏਗਾ।
ਲੈਜਰ ਇੱਕ ਬੁੱਕ ਹੁੰਦੀ ਹੈ, ਉਹਦੇ ਵਿੱਚ ਉਹ ਪਰਟੀਕੂਲਰ ਇੱਕ ਖਾਤਾ ਬਣਾਉਂਦਾ ਹੈ, ਉਸ ਵਿੱਚ ਦੱਸਦਾ ਕਿ ਇਹ ਮਾਲ ਇੰਨਾ ਮੇਰੇ ਤੋਂ ਲੈ ਗਿਆ, ਉਸ ਦੀ ਐਂਟਰੀ ਪਾ ਦੇਗਾ ਲੈਜਰ ਵਿੱਚ। ਠੀਕ ਹੈ ਨਾ, ਪਹਿਲੇ ਉਹ ਡੇ ਬੁੱਕ 'ਚ ਪਾਏਗਾ, ਡੇ ਬੁੱਕ 'ਚ ਉਹ ਲੈਜਰ 'ਚ ਪਾ ਦੇਗਾ। ਮੈਂ ਜੋ ਸਿੱਧਾ ਲੈਜਰ 'ਚ ਵੀ ਪਾ ਸਕਦਾ, ਐਸਾ ਕੋਈ ਨਹੀਂ ਹੈ। ਮੈਂ ਜ਼ਿਆਦਾਤਰ ਬਿਜ਼ਨਸ ਕਿਹਾ ਜਾਂਦਾ ਕਿ ਪਹਿਲੇ ਜਨਰਲ ਐਂਟਰੀਜ਼ ਬਣਦੀਆਂ ਫਿਰ ਲੈਜਰ ਬਣਦਾ। ਠੀਕ ਹੈ ਨਾ, ਤਾਂ ਉਰੇ ਆਪਾਂ ਕੀ ਕਰ ਰਹੇ ਹਾਂ, ਇਹਨੂੰ ਕੀ ਤਾਂ ਇਸ ਕਰਕੇ ਸੈਕੰਡਰੀ ਬੁੱਕ ਕਹਿੰਦੇ, ਪ੍ਰਾਇਮਰੀ ਕਿਹਨੂੰ ਕਹਿੰਦੇ, ਜਨਰਲ ਨੂੰ। ਠੀਕ ਹੈ ਫਰੈਂਡਸ, ਅਗਲਾ ਕੁਐਸਚਨ ਆ, ਇਫ ਦਾ ਡੈਬਿਟ ਸਾਈਡ ਆਫ ਦੀ ਬੈਂਕ ਅਕਾਊਂਟ ਇਜ਼ ਗ੍ਰੇਟਰ ਦੈਨ ਕ੍ਰੈਡਿਟ ਸਾਈਡ, ਤਾਂ ਕੀ ਕਹਾਇਆ ਜਾਂਦਾ, ਕੀ ਮੰਨਾਂਗੇ ਆਪਾਂ ਜੇ ਡੈਬਿਟ ਸਾਈਡ ਬੈਂਕ ਦੀ ਜ਼ਿਆਦਾ ਹੈ ਕ੍ਰੈਡਿਟ ਸਾਈਡ ਨਾਲੋਂ। ਠੀਕ ਹੈ, ਯਾਨੀ ਕਿ ਡੈਬਿਟ ਸਾਈਡ ਮਤਲਬ ਬੈਂਕ 'ਚ ਆ ਰਿਹਾ ਪੈਸਾ। ਠੀਕ ਹੈ, ਕਿਸੇ ਅਕਾਊਂਟ ਵਿੱਚ ਤੁਹਾਡੇ ਰਾਮ ਸ਼ਾਮ ਕੋਈ ਵੀ ਅਕਾਊਂਟ ਹੈ ਬੈਂਕ ਦਾ, ਉਹਦੇ ਵਿੱਚ ਪੈਸਾ ਆ ਰਿਹਾ, ਉਹ ਸਾਈਡ ਫੇਵਰੇਬਲ ਹੈ, ਯਾਨੀ ਕਿ ਉਹ ਬੈਲੈਂਸ ਜ਼ਿਆਦਾ ਹੈ। ਠੀਕ ਹੈ, ਤਾਂ ਕ੍ਰੈਡਿਟ ਸਾਈਡ ਨਾਲੋਂ ਪੇਮੈਂਟ ਇੰਨੀਆਂ ਨਹੀਂ ਹੋਈਆਂ ਜਿੰਨੀ ਮੇਰੇ ਕੋਲ ਪੈਸਾ ਹੈ, ਤਾਂ ਇਸ ਦਾ ਮਤਲਬ ਕੀ ਹੋ ਜਾਏਗਾ ਦੱਸੋ। ਕੈਸ਼ ਐਟ ਬੈਂਕ ਹੋ ਜਾਏਗਾ, ਬੈਂਕ ਅੰਡਰ ਸਟੇਟਮੈਂਟ ਹੋ ਜਾਏਗਾ, ਬੈਂਕ ਓਵਰਡਰਾਫਟ ਹੋ ਜਾਏਗਾ, ਨਨ ਆਫ ਦੀ ਅਬਵ ਹੋਏਗਾ, ਦੱਸੋ। ਇਹ ਹੋ ਜਾਏਗਾ ਕੈਸ਼ ਐਟ ਬੈਂਕ। ਠੀਕ ਹੈ ਫਰੈਂਡਸ, ਕੈਸ਼ ਐਟ ਬੈਂਕ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਬੇਸ ਆਫ ਟਰਾਇਲ ਬੈਲੈਂਸ, ਕਿਹੜਾ ਬੇਸ ਹੈ ਟਰਾਇਲ ਬੈਲੈਂਸ ਲਈ, ਦੱਸੋ। ਮੈਂ ਹੁਣੇ ਤੁਹਾਨੂੰ ਸਮਝਾਇਆ ਹੈ, ਜਨਰਲ ਹੈ, ਕੈਸ਼ ਹੈ, ਲੈਜਰ ਹੈ, ਬੈਲੈਂਸ ਸ਼ੀਟ ਹੈ, ਦੱਸੋ। ਜੇ ਤੁਹਾਨੂੰ ਪਿੱਛੋਂ ਵੀਡੀਓ ਦੇ ਪਿੱਛੋਂ ਕੋਈ ਆਵਾਜ਼ ਆ ਰਹੀ ਹੋਵੇ ਨਾ, ਤਾਂ ਉਹ ਐਕਚੁਅਲੀ ਮਹਾਂ ਸ਼ਿਵਰਾਤਰੀ ਕਰਕੇ ਨਾ ਫੰਕਸ਼ਨ ਹੁੰਦੇ ਪਏ ਆ, ਤਾਂ ਇਸ ਕਰਕੇ ਮੈਂ ਥੋੜ੍ਹਾ ਉੱਚੀ ਬੋਲ ਰਿਹਾ ਤਾਂ ਕਿ ਤੁਹਾਨੂੰ ਸਮਝ ਆ ਸਕੇ ਕਿ ਮੈਂ ਕੀ ਕੁਐਸਚਨ ਕਹਿ ਰਿਹਾ। ਠੀਕ ਹੈ, ਤਾਂ ਤੁਹਾਡਾ ਧਿਆਨ ਸਿਰਫ ਕੁਐਸਚਨ ਦੇ ਵਿੱਚ ਹੋਵੇ, ਤਾਂ ਕਿ ਤੁਹਾਨੂੰ ਜੇ ਡਿਸਟਰਬੈਂਸ ਹੋ ਰਹੀ ਹੋਵੇ ਤਾਂ ਮੇਰੇ ਵੱਲੋਂ ਸੌਰੀ। ਦੱਸੋ ਇਹਦਾ ਆਨਸਰ ਕੀ ਆਏਗਾ, ਜਿਹੜਾ ਬੇਸ ਹੈ ਟਰਾਇਲ ਬੈਲੈਂਸ ਦਾ, ਇਹ ਕੀ ਹੈ, ਲੈਜਰ ਹੈ। ਠੀਕ ਹੈ, ਲੈਜਰ ਦੇ ਜਿਹੜੇ ਬੈਲੈਂਸ ਹੈ ਨਾ, ਹੁਣ ਜੋ ਕੈਸ਼ ਦਾ ਬੈਲੈਂਸ ਬਚਿਆ ਕਿ ਹਾਂ ਡੈਬਿਟ ਬੈਲੈਂਸ ਹੈ, ਉਹ ਕਿੱਥੇ ਜਾਏਗਾ, ਟਰਾਇਲ ਬੈਲੈਂਸ 'ਚ ਜਾਏਗਾ। ਟਰਾਇਲ ਬੈਲੈਂਸ ਕੀ ਹੁੰਦਾ, ਇੱਕ ਡੈਬਿਟ ਸਾਈਡ ਹੁੰਦੀ ਹੈ, ਕ੍ਰੈਡਿਟ ਸਾਈਡ ਹੁੰਦੀ ਹੈ, ਇਹ ਜਾ ਕੇ ਟਰਾਇਲ ਬੈਲੈਂਸ ਦੇ ਡੈਬਿਟ ਸਾਈਡ 'ਤੇ ਜਾ ਕੇ ਬਹਿ ਜਾਏਗਾ ਕੈਸ਼ ਅਕਾਊਂਟ। ਇਸੇ ਤਰ੍ਹਾਂ ਸੇਲ ਅਕਾਊਂਟ ਉਹ ਕ੍ਰੈਡਿਟ ਸਾਈਡ 'ਤੇ ਜਾ ਕੇ ਬਹਿ ਜਾਏਗਾ, ਕੈਪੀਟਲ ਅਕਾਊਂਟ ਕ੍ਰੈਡਿਟ ਸਾਈਡ 'ਤੇ ਜਾ ਕੇ ਬਹਿ ਜਾਏਗਾ। ਠੀਕ ਹੈ, ਠੀਕ ਹੈ, ਕੋਈ ਪਰਚੇਸ ਅਕਾਊਂਟ ਡੈਬਿਟ ਸਾਈਡ 'ਤੇ ਜਾ ਕੇ ਬਹਿ ਜਾਏਗਾ ਟਰਾਇਲ ਬੈਲੈਂਸ ਦੇ। ਠੀਕ ਹੈ, ਤਾਂ ਬੇਸ ਕੀ ਹੈ ਟਰਾਇਲ ਬੈਲੈਂਸ ਬਣਾਉਣ ਦਾ, ਲੈਜਰ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ, ਇਹ 'ਚੋਂ ਕਿਹੜੀ ਸਟੇਟਮੈਂਟ ਟਰੂ ਹੈ। ਅ ਸੇਲ ਆਫ ਐਨ ਐਸੈਟ ਇਜ਼ ਰਿਕਾਰਡਡ ਇਨ ਸੇਲ ਬੁੱਕ, ਅ ਟੋਟਲ ਆਫ ਰਿਟਰਨ ਆਊਟਵਰਡ ਇਜ਼ ਡੈਬਿਟ ਟੂ ਰਿਟਰਨ ਆਊਟਵਰਡ ਅਕਾਊਂਟ, ਦ ਬੈਲੈਂਸ ਆਫ ਪੈਟੀ ਕੈਸ਼ ਬੁੱਕ ਇਜ਼ ਦ ਲਾਇਬਿਲਿਟੀ, ਕੈਸ਼ ਬੁੱਕ ਇਜ਼ ਅ ਸਬਸਿਡਰੀ ਬੁੱਕ ਹੈਜ਼ ਵੈਲ ਐਜ਼ ਲੈਜਰ। ਦੱਸੋ ਕਿਹੜਾ ਇਹ 'ਚੋਂ ਸਟੇਟਮੈਂਟ ਟਰੂ ਹੈ। ਇਹਦਾ ਆਪਸ਼ਨ ਕਿਹੜਾ ਟਰੂ ਹੈ, ਕੈਸ਼ ਬੁੱਕ ਇਜ਼ ਸਬਸਿਡਰੀ ਬੁੱਕ ਐਂਡ ਹੈਜ਼ ਵੈਲ ਐਜ਼ ਲੈਜਰ। ਠੀਕ ਹੈ ਫਰੈਂਡਸ, ਤੁਹਾਨੂੰ ਮੈਂ ਦੱਸਿਆ ਸੀ ਓਰੀਜਨਲ ਐਂਟਰੀ ਸਿੱਧਾ ਕੈਸ਼ ਬੁੱਕ 'ਚ ਵੀ ਪੈ ਜਾਂਦੀ ਹੈ। ਸਬਸਿਡਰੀ ਬੁੱਕ ਕਿਉਂ ਬਣਾਉਂਦੇ ਆ, ਕਿ ਜੇ ਸਾਡੀ ਮੈਜੋਰਟੀ ਟ੍ਰਾਂਜੈਕਸ਼ਨ ਕੈਸ਼ ਵਿੱਚ ਹੋ ਰਹੀ ਹੈ ਤਾਂ ਉਹਦੀ ਇੱਕ ਪਰਟੀਕੂਲਰ ਬੁੱਕ ਬਣ ਜਾਂਦੀ ਹੈ, ਉਹਨੂੰ ਜਨਰਲ ਵਿੱਚ ਪਾਉਣ ਦੀ ਲੋੜ ਨਹੀਂ। ਜੇ ਮੇਰੀਆਂ ਕੋਈ ਗੁੱਡਸ ਕ੍ਰੈਡਿਟ 'ਤੇ ਸੇਲ ਹੋ ਰਹੀ ਹੈ, ਮੈਜੋਰਟੀ ਮੇਰੀ ਸੇਲ ਕ੍ਰੈਡਿਟ 'ਤੇ ਹੋ ਰਹੀ ਹੈ, ਠੀਕ ਹੈ, ਤਾਂ ਮੈਂ ਉਹ ਸੇਲ ਬੁੱਕ ਬਣਾ ਦਿੰਦਾ। ਜੇ ਪਰਚੇਸ ਹੋ ਰਿਹਾ ਉਹ ਵੀ ਕ੍ਰੈਡਿਟ 'ਤੇ ਹੋ ਰਿਹਾ ਮੈਜੋਰਟੀ ਵਿੱਚ, ਤਾਂ ਮੈਂ ਪਰਚੇਸ ਬੁੱਕ ਬਣਾ ਦਿੰਦਾ। ਠੀਕ ਹੈ, ਮੈਨੂੰ ਨਾਰਮਲ ਜਨਰਲ ਐਂਟਰੀਆਂ 'ਚ ਪਾਉਣ ਦੀ ਲੋੜ ਨਹੀਂ। ਠੀਕ ਹੈ, ਸੇਲ ਬੁੱਕ ਕ੍ਰੈਡਿਟ 'ਤੇ ਛੱਡ ਕੇ, ਪਰਚੇਸ ਬੁੱਕ ਕ੍ਰੈਡਿਟ 'ਤੇ ਛੱਡ ਕੇ, ਕੈਸ਼ ਬੁੱਕ 'ਤੇ ਜਿਹੜੇ ਕੈਸ਼ ਬੇਸਿਸ ਹੈ, ਇਹਨਾਂ ਤਿੰਨਾਂ ਬੁੱਕਸ ਦੀ ਐਂਟਰੀਆਂ ਨੂੰ ਛੱਡ ਕੇ ਮੈਂ ਜਿਹੜੀਆਂ ਬਾਕੀ ਜਿੰਨੀਆਂ ਵੀ ਐਂਟਰੀਆਂ ਪਾਵਾਂਗਾ ਉਹ ਮੈਂ ਜਨਰਲ ਪ੍ਰੋਪਰ 'ਚ ਪਾਵਾਂਗਾ। ਪ੍ਰੋਪਰ ਮਤਲਬ ਰਿਮੇਨਸ ਐਂਟਰੀਜ਼। ਠੀਕ ਹੈ, ਪੂਰਾ ਕਿਹੜਾ ਆਪਸ਼ਨ ਆ ਜਾਏਗਾ, ਡੀ। ਅਗਲਾ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਕਲੋਜ਼ਿੰਗ ਬੈਲੈਂਸ ਆਫ ਦੀ ਲੈਜਰ ਅਕਾਊਂਟ, ਇਹ 'ਚੋਂ ਕਿਹੜਾ ਬੈਲੈਂਸ ਆਪਾਂ ਕਹਾਂਗੇ ਕਲੋਜ਼ਿੰਗ ਬੈਲੈਂਸ ਹੈ। ਬੈਲੈਂਸ ਕੈਰੀ ਡਾਊਨ, ਬਰੋਡ ਡਾਊਨ, EDFC, ਦੱਸੋ। ਇਹ ਕਹਿੰਦੇ ਨੇ ਬੈਲੈਂਸ ਕੈਰੀ ਡਾਊਨ। ਮੈਂ ਤੁਹਾਨੂੰ ਦੱਸਿਆ ਹੀ ਸੀ, ਸਪੋਜ਼ ਕਰੋ ਇੱਕ ਅਕਾਊਂਟ ਮੈਂ ਬਣਾ ਰਿਹਾ, ਠੀਕ ਹੈ, ਇਹ ਅਕਾਊਂਟ ਹੈ, ਇਹ ਪਰਟੀਕੂਲਰ ਅਕਾਊਂਟ ਹੈ, ਠੀਕ ਹੈ, ਮੇਰੀ ਡੈਬਿਟ ਸਾਈਡ ਵੱਧ ਰਹੀ ਹੈ, ਠੀਕ ਹੈ, ਡੈਬਿਟ ਸਾਈਡ ਦੀ ਅਮਾਊਂਟ ਵੱਧ ਰਹੀ ਹੈ ਕ੍ਰੈਡਿਟ ਸਾਈਡ ਤੋਂ, ਇਹਦਾ ਜਿਹੜਾ ਡਿਫਰੈਂਸ ਆਇਆ ਇਹ ਸਾਰਿਆਂ ਨੂੰ ਪਲੱਸ ਕਰਕੇ ਇੱਕ ਟੋਟਲ ਅਮਾਊਂਟ ਆਈ, ਉੱਚੋਂ ਮੈਂ ਇਹਨਾਂ ਸਾਰਿਆਂ ਨੂੰ ਪਲੱਸ ਕਰਕੇ ਟੋਟਲ ਅਮਾਊਂਟ ਆਈ, ਇਹਨਾਂ ਦੋਨਾਂ ਦਾ ਮੈਂ ਡਿਫਰੈਂਸ ਕੀਤਾ। ਠੀਕ ਹੈ, ਇਹ ਸਾਈਡ ਵੱਧ ਸੀ ਤਾਂ ਠੀਕ ਹੈ, ਜਿੰਨਾ ਡਿਫਰੈਂਸ ਆਇਆ ਨਾ ਉਰੇ ਮੈਂ ਕੀ ਪਾਵਾਂਗਾ, ਬਾਏ ਬੈਲੈਂਸ ਕੈਰੀ ਡਾਊਨ, ਕਿਉਂਕਿ ਇਹ ਸਾਈਡ ਵੱਧਦਾ ਤਾਂ ਕਰਕੇ ਮੈਂ ਉਰੇ ਪਾ ਰਿਹਾ ਬਾਏ ਬੈਲੈਂਸ ਕੈਰੀ ਡਾਊਨ, ਉਨੀ ਅਮਾਊਂਟ ਦਾ ਮੈਂ ਬੈਲੈਂਸਿੰਗ ਫਿਗਰ ਪਾ ਦਾਂਗਾ, ਡਿਫਰੈਂਸ ਪਾ ਦਾਂਗਾ ਇਹਨਾਂ ਦੋਨਾਂ ਦਾ। ਠੀਕ ਹੈ, ਜੋ ਆਏਗਾ ਕਿਉਂਕਿ ਇਹ ਸਾਈਡ ਵੱਧਦਾ ਇਸ ਕਰਕੇ ਮੈਂ ਉਰੇ ਪਾ ਰਿਹਾ, ਤਾਂ ਉਰੇ ਉਹੀ ਪੁੱਛ ਰਿਹਾ। ਉਰੇ ਕਲੋਜ਼ਿੰਗ ਉਹਨੂੰ ਕੀ ਕਹਿੰਦੇ, ਕਲੋਜ਼ਿੰਗ ਬੈਲੈਂਸ ਆਫ ਲੈਜਰ ਅਕਾਊਂਟ, ਜਿਹੜਾ ਕੈਰੀ ਡਾਊਨ ਹੁੰਦਾ ਉਹਨੂੰ ਕਹਿੰਦੇ ਕਲੋਜ਼ਿੰਗ ਬੈਲੈਂਸ। ਤਾਂ ਕੀ ਹੋਏਗਾ, ਏ ਆਪਸ਼ਨ। ਠੀਕ ਹੈ ਫਰੈਂਡਸ, ਵਿਚ ਆਫ ਦਾ ਫੋਲੋਇੰਗ ਇਜ਼ ਅ ਰੀਅਲ ਅਕਾਊਂਟ, ਇਹ 'ਚੋਂ ਕਿਹੜਾ ਰੀਅਲ ਅਕਾਊਂਟ ਹੈ। ਆਫਿਸ ਇਕਵਿਪਮੈਂਟ,
ठीक है। रेंट एक्सपेंसिस, रेंट इनकम, इंश्योरेंस एक्सपेंसिस, ऑफिस इक्विपमेंट, रेंट एक्सपेंसिस, रेंट इनकम, इंश्योरेंस एक्सपेंसिस। दसो ਕਿਹੜਾ ਆਪਸ਼ਨ ਠੀਕ ਹੈ, ਜਿਹੜਾ ਰੀਅਲ ਅਕਾਊਂਟ ਨਾਲ ਰਿਲੇਟ ਕਰਦਾ ਹੈ, ਉਸਦੇ ਰੂਲ ਦੇ ਹਿਸਾਬ ਸੇ ਰਿਕਾਰਡ ਕਰਦਾ ਹੈ। ਦੱਸੋ ਇਹ ਆਏਗਾ ਆਫਿਸ ਇਕਵਿਪਮੈਂਟ। ਠੀਕ ਹੈ। ਰੀਅਲ ਅਕਾਊਂਟ ਕੀ ਕਹਿੰਦਾ, ਐਸੈਟਸ ਬਾਰੇ ਗੱਲ ਕਰਦਾ। ਜੇ ਕੋਈ ਐਸੈਟ ਖਰੀਦਦੇ ਆ ਡੈਬਿਟ ਵਰਡਸ ਕਮਸ ਇਨ, ਜੇ ਕੋਈ ਐਸੈਟ ਵੇਚਦੇ ਆ ਕ੍ਰੈਡਿਟ ਵਰਡਸ ਗੋਜ਼ ਆਊਟ। ਠੀਕ ਹੈ। ਉਸ ਤੋਂ ਬਾਅਦ ਫਰੋਮ ਦਾ ਅਕਾਊਂਟਿੰਗ ਪੁਆਇੰਟ ਆਫ ਵਿਊ ਲੋਸ ਮੀਨਸ, ਲੋਸ ਦਾ ਕੀ ਮਤਲਬ ਹੋਇਆ, ਲੋਸ ਦਾ ਕੀ ਮਤਲਬ ਹੋਇਆ, ਇੰਕਰੀਜ਼ ਇਨ ਲਾਇਬਿਲਿਟੀ, ਡਿਕਰੀਜ਼ ਇਨ ਐਸੈਟ, ਇਨਕਰੀਜ਼ ਇਨ ਓਨਰ ਇਕੁਇਟੀ, ਡਿਕਰੀਜ਼ ਇਨ ਓਨਰ ਇਕੁਇਟੀ। ਦੱਸੋ ਦੱਸੋ ਇਹ ਆਏਗਾ ਡਿਕਰੀਜ਼ ਇਨ ਓਨਰਸ ਇਕੁਇਟੀ। ਠੀਕ ਹੈ ਫਰੈਂਡਸ, ਮੇਰੇ ਓਨਰ ਦੀ ਇਕੁਇਟੀ ਕੈਪੀਟਲ ਜਿਹੜੀ ਹੈ ਡਿਕਰੀਜ਼ ਹੋ ਜਾਏਗੀ ਜੇ ਮੈਨੂੰ ਲੋਸ ਹੋਏਗਾ, ਉਹਦੀ ਪੂੰਜੀ ਵਿੱਚੋਂ ਲੈਸ ਹੋ ਜਾਏਗਾ ਲੋਸ। ਠੀਕ ਹੈ। ਜੇ ਪ੍ਰੋਫਿਟ ਹੋਇਆ ਤਾਂ ਪਲੱਸ ਹੋ ਜਾਏਗਾ। ਠੀਕ ਹੈ, ਪਲੱਸ ਹੋ ਜਾਏਗਾ। ਠੀਕ ਹੈ ਫਰੈਂਡਸ, ਤਾਂ ਅੱਗੇ ਜੇ ਕੁਛ ਕੁਐਸਚਨ ਹੈ, ਮੈਂ ਇਹ ਤਾਂ ਉਰੇ ਇਕੱਲੀ ਸਟੇਟਮੈਂਟ ਲਿਖੀ ਹੈ ਕਿ ਤੁਸੀਂ ਮੈਨੂੰ ਇਹਨਾਂ 'ਚੋਂ ਇਹ ਦੱਸਣਾ ਹੈ ਕਿ ਚੋਂ ਕਿਹੜਾ ਕਿਹੜਾ ਅਕਾਊਂਟ ਬਣੇਗਾ। ਠੀਕ ਹੈ ਨਾ, ਅਤੇ ਕਿਹੜੇ ਕਿਹੜੇ ਸਾਈਡ ਇਸ ਦੀ ਐਂਟਰੀਆਂ ਪੈਣਗੀਆਂ। ਜਿਵੇਂ ਸੇਲ ਗੁਡਸ ਟੂ ਰਾਹੁਲ ਹੈ ਤਾਂ ਮੈਂ ਸੇਲ ਵਿੱਚ ਮੈਂ ਕਿਹੜੀ ਸਾਈਡ ਪਾਵਾਂਗਾ ਅਤੇ ਰਾਹੁਲ ਵਿੱਚ ਮੈਂ ਕਿਹੜੀ ਸਾਈਡ ਪਾਵਾਂਗਾ। ਇਵੇਂ ਹੀ ਰਿਸੀਵਡ ਕੈਸ਼ ਫਰੋਮ ਡੈਟਰ ਹੈ ਤਾਂ ਡੈਬਿਟ ਸਾਈਡ 'ਤੇ ਮੈਂ ਕਿਹੜੀ ਐਂਟਰੀ ਕੀ ਪਾਵਾਂਗਾ ਅਤੇ ਕ੍ਰੈਡਿਟ ਸਾਈਡ 'ਤੇ ਮੈਂ ਕੀ ਪਾਵਾਂਗਾ ਕੈਸ਼ ਅਕਾਊਂਟ ਦਾ, ਇਵੇਂ ਡੈਟਰ ਅਕਾਊਂਟ ਦਾ। ਤਾਂ ਇਵੇਂ ਪੇਡ ਰੈਂਟ ਹੈ, ਰੈਂਟ ਅਕਾਊਂਟ ਵਿੱਚ ਮੈਂ ਡੈਬਿਟ ਸਾਈਡ 'ਤੇ ਕੀ ਪਾਵਾਂਗਾ, ਇਹ ਬਾਈ ਕੈਸ਼, ਅੱਛਾ ਰੈਂਟ ਬਾਈ ਕੈਸ਼। ਠੀਕ ਹੈ। ਅਤੇ ਇਵੇਂ ਮੈਂ ਕੈਸ਼ ਵਿੱਚ ਕੀ ਪਾਵਾਂਗਾ, ਕੈਸ਼ ਵਿਡਰਾ ਫਰੋਮ ਬਿਜ਼ਨਸ, ਜੇ ਮੈਂ ਬਿਜ਼ਨਸ ਤੋਂ ਕੈਸ਼ ਵਿਡਰਾ ਕੀਤਾ ਤਾਂ ਮੈਂ ਜਿਹੜਾ ਡਰਾਇੰਗ ਅਕਾਊਂਟ ਹੋ ਗਿਆ ਇੱਕ ਉਹ ਬਣੇਗਾ, ਇੱਕ ਕੈਪੀਟਲ ਅਕਾਊਂਟ ਹੋਏਗਾ। ਠੀਕ ਹੈ ਨਾ, ਬਿਜ਼ਨਸ ਮਤਲਬ ਕੈਪੀਟਲ। ਠੀਕ ਹੈ। ਤਾਂ ਦੱਸੋ ਮੈਨੂੰ ਕਿਹੜੀ ਕਿਹੜੀ ਸਾਈਡ ਕਿਹੜੀ ਕਿਹੜੀ ਐਂਟਰੀ ਪਏਗੀ, ਮਤਲਬ ਕਿਸ ਸਾਈਡ। ਜਿਵੇਂ ਸਪੋਜ਼ ਕਰੋ ਮੈਂ ਐਗਜ਼ਾਮਪਲ ਤੁਹਾਨੂੰ ਦੇ ਦਿੰਦੇ ਹਾਂ, ਸੇਲ ਗੁਡਸ ਟੂ ਰਾਹੁਲ। ਠੀਕ ਹੈ, ਮੈਂ ਸੇਲ ਦੀ ਐਂਟਰੀ ਪਾ ਰਿਹਾ। ਠੀਕ ਹੈ, ਸੇਲ ਗੁਡਸ ਟੂ ਰਾਹੁਲ, ਤਾਂ ਮੈਂ ਉਰੇ ਕੀ ਪਾਵਾਂਗਾ, ਸੇਲ ਹੋਈ ਹੈ, ਇਹ ਤਾਂ ਡੈਬਿਟ ਹੋ ਹੀ ਰਿਹਾ। ਪਹਿਲੇ ਐਂਟਰੀ ਕੀ ਹੈ, ਡੈਬਿਟ ਨਹੀਂ ਹੋ ਰਿਹਾ ਸੋਰੀ, ਰਾਹੁਲਸ ਅਕਾਊਂਟ ਡੈਬਿਟ ਟੂ ਸੇਲ, ਕਿਉਂਕਿ ਮੈਂ ਕ੍ਰੈਡਿਟ 'ਤੇ ਕਰ ਰਿਹਾ, ਸੇਲ ਮੇਰੀ ਕ੍ਰੈਡਿਟ ਹੋ ਰਹੀ ਹੈ। ਠੀਕ ਹੈ, ਹਮੇਸ਼ਾ ਕ੍ਰੈਡਿਟ ਹੁੰਦੀ ਹੈ ਸੇਲ। ਠੀਕ ਹੈ, ਸੇਲ ਹਮੇਸ਼ਾ ਕ੍ਰੈਡਿਟ ਹੁੰਦੀ ਹੈ। ਤਾਂ ਮੈਂ ਅਕਾਊਂਟ 'ਚ ਕਿਵੇਂ ਦਿਖਾਵਾਂਗਾ, ਸੇਲ ਅਕਾਊਂਟ ਖੋਲ੍ਹ ਲਿਆ ਆਪਾਂ ਨੇ, ਇਹ ਡੈਬਿਟ ਸਾਈਡ ਹੈ, ਇਹ ਕ੍ਰੈਡਿਟ ਸਾਈਡ ਹੈ। ਮੇਰੀ ਸੇਲ ਕ੍ਰੈਡਿਟ ਹੋਈ ਹੈ, ਮੈਂ ਅਮਾਊਂਟ ਪਾ ਦਾਂਗਾ ਜਿਹਦੇ ਨਾਲ ਮੇਰਾ ਉਹਦਾ ਰਿਲੇਸ਼ਨ ਹੈ, ਬਾਏ ਪਾ ਕੇ ਉਹ ਪਾ ਦਾਂਗਾ ਰਾਹੁਲ। ਠੀਕ ਹੈ। ਐਵੇਂ ਤੁਸੀਂ ਬਸ ਮੈਨੂੰ ਇਹ ਦੱਸਣਾ ਹੈ ਕਿ ਜਿਵੇਂ ਮੈਂ ਦੋ ਅਕਾਊਂਟ ਖੋਲਾਂਗਾ ਤਾਂ ਮੈਂ ਕਿਹੜੀ ਸਾਈਡ 'ਤੇ ਡੈਬਿਟ ਸਾਈਡ 'ਤੇ ਪਾਵਾਂਗਾ ਅਤੇ ਕਿਹੜੀ ਚੀਜ਼ ਮੈਂ ਕ੍ਰੈਡਿਟ ਸਾਈਡ 'ਤੇ ਪਾਵਾਂਗਾ। ਅਤੇ ਰਾਹੁਲ ਦਾ ਮੈਂ ਜੇ ਮੈਂ ਰਾਹੁਲ ਨੂੰ ਵੇਚਣਾ ਤਾਂ ਰਾਹੁਲ ਕੀ ਕਰੇਗਾ ਉਸ ਐਂਟਰੀ ਨੂੰ, ਅਤੇ ਸੇਲ ਕੀ ਕਰੇਗਾ ਉਸ ਐਂਟਰੀ ਨੂੰ। ਕਮੈਂਟ ਕਰਿਓ ਬਸ, ਇੱਕ ਨੋਰਮਲ ਜਾਂ ਇੱਕ ਆਪਣੀ ਸਟੇਟਮੈਂਟ ਦੱਸਣੀ ਹੈ। ਠੀਕ ਹੈ, ਜਿਵੇਂ ਤੁਸੀਂ ਰਿਸੀਵਡ ਕੈਸ਼ ਫਰੋਮ ਡੈਟਰ ਹੈ, ਤੁਸੀਂ ਮੈਨੂੰ ਇਵੇਂ ਦੱਸਣਾ ਹੈ ਕਿ ਜੇ ਕੈਸ਼ ਅਕਾਊਂਟ ਪਾਓਗੇ, ਤੁਸੀਂ ਕੈਸ਼ ਅਕਾਊਂਟ ਕਹੋਗੇ ਤਾਂ ਬਸ ਇੰਨਾ ਦੱਸਣਾ ਹੈ ਕਿ ਕੈਸ਼ ਦਾ ਮੈਂ 2 ਪਾਵਾਂਗਾ। ਠੀਕ ਹੈ, ਡੈਬਿਟ ਸਾਈਡ 'ਤੇ ਪਾਵਾਂਗਾ। ਠੀਕ ਹੈ, ਡੈਬਿਟ ਸਾਈਡ 'ਤੇ ਪਾਵਾਂਗਾ। ਠੀਕ ਹੈ, ਡੈਬਿਟ ਸਾਈਡ 'ਤੇ ਪਾਵਾਂਗਾ। ਅਤੇ ਡੈਟਰ ਵਿੱਚ ਮੈਂ ਕੀ ਪਾਵਾਂਗਾ ਦੱਸੋ, ਡੈਟਰ ਮੈਂ ਕ੍ਰੈਡਿਟ ਸਾਈਡ 'ਤੇ ਪਾਵਾਂਗਾ ਬਾਏ ਕੈਸ਼। ਠੀਕ ਹੈ, ਇਸ ਤਰ੍ਹਾਂ ਮੈਨੂੰ ਸਾਰੀ ਐਂਟਰੀ ਦਾ ਤੁਹਾਨੂੰ ਦੱਸਣਾ ਹੈ ਕਿ ਕਿਹੜੀ ਸਾਈਡ ਡੈਬਿਟ ਸਾਈਡ 'ਤੇ ਮੈਂ ਪਾਵਾਂਗਾ ਪਰਟੀਕੂਲਰ ਅਕਾਊਂਟ ਵਿੱਚ, ਕਿਹੜੀ ਸਾਈਡ ਮੈਂ ਕ੍ਰੈਡਿਟ ਸਾਈਡ 'ਤੇ ਪਾਵਾਂਗਾ। ਠੀਕ ਹੈ, ਤਾਂ ਕਿ ਮੈਨੂੰ ਇਸ ਤਰ੍ਹਾਂ ਦਾ ਅਨੁਮਾਨ ਹੋ ਜਾਏਗਾ। ਤੁਹਾਨੂੰ ਲੈਜਰ ਦਾ ਪੋਸਟ ਕਰਨਾ ਆਉਂਦਾ, ਜਰਨਲ ਤੋਂ ਲੈਜਰ ਦਾ ਪੋਸਟ ਕਰਨਾ ਆਉਂਦਾ। ਇਹਦੀ ਮੈਂ ਇੱਕ ਵਾਰੀ ਐਂਟਰੀ ਦੱਸ ਦਿੰਦਾ, ਰੈਂਟ ਦਾ ਕੀ ਹੈ, ਰੈਂਟ ਅਕਾਊਂਟ ਡੈਬਿਟ ਟੂ ਕੈਸ਼। ਠੀਕ ਹੈ, ਇਹ ਪਰਟੀਕੂਲਰ ਐਂਟਰੀ ਹੋਗੀ, ਕੈਸ਼ ਵਿਡਰਾ ਫਰੋਮ ਬਿਜ਼ਨਸ। ਠੀਕ ਹੈ, ਡਰਾਇੰਗਸ ਅਕਾਊਂਟ ਡੈਬਿਟ ਟੂ ਕੈਸ਼। ਠੀਕ ਹੈ, ਅਤੇ ਇੰਟਰਸਟ ਰਿਸੀਵਡ। ਠੀਕ ਹੈ, ਕੈਸ਼ ਵਿੱਚ ਰਿਸੀਵ ਹੋ ਜਾਣਾ ਮੈਨੂੰ ਇੰਟਰਸਟ। ਠੀਕ ਹੈ, ਕੈਸ਼ ਵਿੱਚ ਰਿਸੀਵਡ ਹੋ ਜਾਣਾ, ਕੈਸ਼ ਅਕਾਊਂਟ ਡੈਬਿਟ ਟੂ ਇੰਟਰਸਟ ਅਕਾਊਂਟ। ਠੀਕ ਹੈ, ਠੀਕ ਹੈ ਫਰੈਂਡਸ। ਤਾਂ ਆਪਾਂ ਇਹ ਐਂਟਰੀ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਇਹ ਕਿਸ ਤਰ੍ਹਾਂ ਹੋਣਗੀਆਂ। ਠੀਕ ਹੈ, ਤਾਂ ਠੀਕ ਹੈ ਫਰੈਂਡਸ, ਅੱਜ ਆਪਾਂ ਨੇ ਸਾਰੇ MCQs ਦੀ ਪ੍ਰੈਕਟਿਸ ਕੀਤੀ ਆਪਾਂ ਨੇ। ਮੈਂ ਥੋੜ੍ਹਾ ਅੱਜ ਦੀ ਵੀਡੀਓ 'ਚ ਥੋੜ੍ਹਾ ਫਾਸਟ ਹੋ ਸਕਦਾ ਕਿਉਂਕਿ ਪਿੱਛੇ ਫੰਕਸ਼ਨ ਚੱਲ ਰਿਹਾ, ਤਾਂ ਮੈਨੂੰ ਇਹ ਸੀ ਕਿ ਤੁਹਾਨੂੰ ਉਸਦੀ ਆਵਾਜ਼ ਜ਼ਿਆਦਾ ਨਾ ਆਵੇ, ਤਾਂ ਮੈਂ ਥੋੜ੍ਹਾ ਉੱਚੀ ਬੋਲ ਰਿਹਾ ਅਤੇ ਥੋੜ੍ਹਾ ਫਾਸਟ ਬੋਲ ਰਿਹਾ। ਠੀਕ ਹੈ, ਜੇ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਵੇ ਤਾਂ ਮੇਰੇ ਵੱਲੋਂ ਮਾਫੀ। ਅਤੇ ਜੇ ਤੁਹਾਨੂੰ ਮੇਰਾ ਲੈਕਚਰ ਠੀਕ ਲੱਗਿਆ ਹੋਵੇ ਕਿਰਪਾ ਕਰਕੇ ਲਾਈਕ ਕਰਿਓ, ਲਾਈਕ ਜ਼ਰੂਰ ਕਰਨਾ। ਅੱਛਾ, ਸ਼ੇਅਰ ਕਰਨਾ, ਸ਼ੇਅਰ ਤਾਂ ਬਹੁਤ ਜ਼ਰੂਰੀ ਹੈ। ਠੀਕ ਹੈ ਨਾ, ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਹੈ, ਲਾਈਕ ਵੀ ਅਤੇ ਸ਼ੇਅਰ ਵੀ। ਠੀਕ ਹੈ, ਤਾਂ ਕਿ ਬਾਕੀ ਬੱਚਿਆਂ ਕੋਲ ਵੀ ਪਹੁੰਚੇ। ਅਤੇ ਕਮੈਂਟ ਕਰਿਓ ਜੋ ਮੈਂ ਤੁਹਾਨੂੰ ਪੁੱਛਿਆ, ਤੁਹਾਨੂੰ ਸਿਰਫ ਸਿੰਪਲ ਹਿੰਟ ਦਿਓ ਮੈਨੂੰ ਕਿ ਇਹਨਾਂ ਵਿੱਚ ਕਿਵੇਂ ਪਏਗਾ, ਸਾਰਾ ਐਕਸਪਲੇਨ ਕਰਨ ਦੀ ਲੋੜ ਨਹੀਂ। ਠੀਕ ਹੈ,
ਸਪੋਜ਼ ਕਰੋ ਜਿਵੇਂ ਸੇਲ ਕਰ ਰਿਹਾ ਮੈਂ, ਸੇਲ ਅਕਾਊਂਟ ਵਿੱਚ ਕੀ ਪਏਗਾ, ਸੇਲ 'ਚ ਮੈਂ ਕਹਾਂਗਾ ਮੈਂ ਤੁਸੀਂ ਇਵੇਂ ਪਾਉਣਾ ਸੇਲ ਪਾ ਕੇ ਨਾ ਉੱਪਰ, ਤਾਂ ਉਵੇਂ ਪਾਉਣਾ ਕਿ ਹਾਂ ਮੈਂ ਇਵੇਂ ਪਾਵਾਂਗਾ, ਠੀਕ ਹੈ, ਸੇਲ ਬਾਏ ਰਾਹੁਲ ਰਾਹੁਲ ਕ੍ਰੈਡਿਟ, ਠੀਕ ਹੈ, ਬਸ ਇਹ ਪਾਓ, ਅਕਾਊਂਟ ਬਣਾਉਣ ਦੀ ਲੋੜ ਨਹੀਂ, ਬਸ ਇੰਨਾ ਪਾਓਗੇ, ਠੀਕ ਹੈ। ਨੋਰਮਲੀ ਜਾਂ ਤੁਸੀਂ ਸ਼ੋਰਟ ਫਾਰਮ 'ਚ ਪਾ ਦੋਗੇ ਤਾਂ ਕਿ ਮੈਨੂੰ ਇਹ ਪਤਾ ਲੱਗ ਜਾਏਗਾ ਤੁਸੀਂ ਸਹੀ ਪਾ ਰਹੇ ਹੋ ਜਾਂ ਗਲਤ ਪਾ ਰਹੇ ਹੋ, ਠੀਕ ਹੈ। ਇੰਟਰਸਟ ਰਿਸੀਵਡ ਹੋ ਰਿਹਾ, ਮੈਨੂੰ ਕੈਸ਼ 'ਚ ਰਿਸੀਵ ਹੋ ਰਿਹਾ, ਠੀਕ ਹੈ, ਕਿਸ ਤੋਂ ਰਿਸੀਵ ਹੋ ਰਿਹਾ, ਇੰਟਰਸਟ ਰਿਸੀਵ ਹੋ ਰਿਹਾ, ਟੂ ਇੰਟਰਸਟ, ਠੀਕ ਹੈ। ਠੀਕ ਹੈ ਫਰੈਂਡਸ, ਅੱਜ ਲਈ ਇੰਨਾ ਹੀ, ਆਪਾਂ ਕੱਲ੍ਹ ਮਿਲਾਂਗੇ ਹੁਣ, ਥੈਂਕ ਯੂ।